ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, रख लीनी हर मेरी। अब तब जब तब तू ही, हम तो प्रसाद सुखी सदही। तेरे भरोसे प्यारे मैं लाड लडाया, भूल है चूक है बारक तू हर पिता माया। सहेला कहन कहावन तेरा बिखम भावन। बाणी गुरु गुरु है बाणी, बिच बाणी अमृत सारे। गुरबाणी कह सेवक जन मानै, पर तख गुरु निस्तारे। सो कहो टल गुर सेविया, अहनिस सहज सुभाए। दर्शन परसया गुरु कै, जन्म मरण दुख जाए। होवै सिफत खसामदी, ਨੂਰ ਅਰਸ ਹੋ ਕੁਰਸ ਹੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਰਾਮ ਨਾਮ ਗੁਰ ਬਚਨੀ ਬੋਲੋ, ਸੰਤ ਸਭਾ ਮਹਿ ਇਹੋ ਰਸ ਟੋਲੋ। ਰਾਮ ਨਾਮ ਗੁਰ ਬਚਨੀ ਬੋਲੋ, ਸੰਤ ਸਭਾ ਮਹਿ ਇਹੋ ਰਸ ਟੋਲੋ। ਗੁਰਮਤਿ ਖੋਜ ਲਹੋ ਘਰ ਆਪਣਾ, ਬਹੁੜ ਨ ਗਰਭ ਮਝਾਰਾ ਹੈ। ਸਚ ਤੀਰਥ ਨਾਵੋ, ਹਰ ਗੁਣ ਗਾਵੋ। ਤਤ ਵਿਚਾਰਹੁ, ਹਰ ਲਿਵ ਲਾਵਹੁ। ਅੰਤ ਕਾਲ ਜਮ ਜੋਹੇ ਨ ਸਕੈ, ਹਰ ਬੋਲਹੁ ਰਾਮ ਪਿਆਰਾ ਹੈ। ਸਤਿਗੁਰ ਪੁਰਖ ਦਾਤਾ ਬਡਦਾਣਾ, ਜਿਸ ਅੰਤਰ ਸਾਚ ਸੋ ਸ਼ਬਦ ਸਮਾਣਾ। ਜਿਸ ਕੋ ਸਤਿਗੁਰ ਮੇਲ ਮਿਲਾਏ, ਤਿਸ ਚੂਕਾ ਜਮ ਪੈ ਭਾਰਾ ਹੈ। ਸਤਿਗੁਰ ਪੁਰਖ ਦਾਤਾ ਵਡਦਾਣਾ, ਜਿਸ ਮਾਣਾ। ਜਿਸ ਕੋ ਸਤਿਗੁਰ ਮਿਲਾਏ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਦਾਤੇ ਸਰਬੰਸ ਦਾਨੀ ਸਾਹਿਬ ਧੰਨ ਸਾਹਿਬ ਮਹਾਰਾਜ ਮਹਾਨ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼੍ਰਵਣ ਕੀਤੇ ਹਨ। ਸੋ ਆਓ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਸ਼੍ਰਵਣ ਕਰਦੀਆਂ ਆ ਰਹੀਆਂ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਸਤਿਗੁਰੂ ਮਹਾਰਾਜ ਜੀ ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਿਨਾਮ ਵਾਹਿਗੁਰੂ ਸਾਹਿਬ ਸਤਿਨਾਮ ਵਾਹਿਗੁਰੂ ਸਾਹਿਬ ਜੀ। ਰਾਮ ਨਾਮ ਗੁਰ ਬਚਨੀ ਹੋ, ਸੰਤ ਸਭਾ ਮਹਿ ਇਹੋ ਰਸ ਟੋਲੋ। ਕੱਲ ਵਾਲੀ ਵਿਚਾਰ ਦੇ ਵਿੱਚ ਵਾਹਿਗੁਰੂ ਜਪੋ ਤੇ ਤੁਹਾਨੂੰ ਫਿਰ ਨਾਮ ਦਾ ਮਿੱਠਾ ਰਸ ਪ੍ਰਾਪਤ ਹੋਵੇਗਾ। ਪਰ ਗੱਲ ਇਹ ਹੈ, ਇਸ ਰਸ ਨੂੰ ਪ੍ਰਾਪਤ ਕਰਨ ਦੇ ਲਈ ਕਿਤੇ ਮਾਰਨੀਆਂ ਪੈਣੀਆਂ ਹਨ। ਇਹ ਤੁਹਾਡੇ ਹੀ ਉਤਪੰਨ ਹੋਣਾ, ਅੰਦਰੋਂ ਹੀ ਪੈਦਾ। ਆਪਾਂ ਅਭਿਆਸ ਕਰਦੇ ਜਾਵਾਂਗੇ, ਜੋ ਬਾਣੀ ਨੂੰ ਪੜਾਂਗੇ, ਬਾਣੀ ਨੂੰ ਭਾਲ ਕਰਾਂਗੇ, ਫਿਰ ਗੁਰੂ ਅੰਦਰੋਂ ਹੀ ਸਾਡੇ ਨਾਮ ਦਾ ਰਸ ਪ੍ਰਾਪਤ ਹੋ ਜਾਣਾ ਹੈ ਤੇ ਗੁਰਮੁਖ ਜਨ ਚੱਖ ਲੈਂਦੇ ਨੇ। ਉਸ ਮਾਲਕ ਦੇ ਗੁਣਾਂ ਦਾ ਗਹਿਣ ਕਰਦੇ ਵਾਹਿਗੁਰੂ ਵਿੱਚ ਅਭੇਦ ਰਹਿੰਦੇ ਹਨ। ਜਿਹੜਾ ਉਸ ਮਾਲਕ ਦੇ ਰੰਗ ਵਿੱਚ, ਪ੍ਰੇਮ ਵਿੱਚ ਅਭੇਦ ਰਹਿਣਾ, ਲੀਨ ਰਹਿਣਾ, ਅਸਲ ਵਿੱਚ ਕਰਨਾ ਨਾ, ਸਭ ਤੋਂ ਪਹਿਲਾਂ ਤੈਨੂੰ ਗੁਰੂ ਦੇ ਬਚਨਾਂ ਨੂੰ ਕਮਾਉਣਾ ਪਵੇਗਾ। ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨਣਾ ਪਵੇਗਾ। ਕਹਿੰਦੇ ਰਾਮ ਨਾਮ ਗੁਰ ਬਚਨੀ ਸੰਤ ਸਭਾ ਮਹਿ ਇਹੋ ਰਸ ਟੋਲੋ। ਹੇ ਭਾਈ, ਗੁਰੂ ਦੇ ਬਚਨਾਂ ਨੂੰ ਕਮਾ ਕੇ, ਗੁਰਾਂ ਦੀ ਬਾਣੀ ਦੇ ਰਾਹੀਂ, ਜੋ ਗੁਰੂ ਦੀ ਬਚਨ ਕਿਹੜੇ ਨੇ? ਸਾਹਿਬਾਂ ਦੀ ਬਾਣੀ, ਇੱਕ ਇੱਕ ਸ਼ਬਦ, ਇਹਦੇ ਰਾਹੀਂ ਉਸ ਹਰਮੰਤੀ ਰਾਮ ਵਾਹਿਗੁਰੂ ਦੇ ਨਾਮ ਨੂੰ ਬੋਲਣਾ ਕਰੋ। ਉਸ ਮਾਲਕ ਦਾ ਨਾਮ ਤੇ ਇਹ ਨਾਮ ਦਾ ਇਹ ਕਿੱਥੋਂ ਮਿਲਣਾ? ਕਿ ਸਾਧ ਸੰਗਤ ਵਿੱਚ ਜਿਹੜੇ ਆਪ ਨਾਮ ਜਪਦੇ ਤੇ ਲਕਾਈ ਨੂੰ ਨਾਮ ਜਪਾਉਂਦੇ ਹਨ।
ਕਿਉਂਕਿ ਗੁਰਬਾਣੀ ਦੇ ਵਿੱਚ ਇਹੋ ਜਿਹੇ ਗੁਰਮੁਖਾਂ ਦੀ ਮਹਿਮਾ ਵਡਿਆਈ ਫਿਰ ਦੁਨੀਆ ਦੇ ਲੋਕ ਨਾਮ ਦਿੰਦੇ ਨੇ। ਕੋਈ ਉਹਨੂੰ ਸੰਤ ਆਖਦਾ, ਕੋਈ ਭਗਤ ਆਖਦਾ, ਕੋਈ ਗੁਰਮੁਖ ਆਖਦਾ, ਕੋਈ ਗੁਰਸਿੱਖ ਆਖਦਾ। ਬੜੇ ਸਤਿਕਾਰ ਦੇ ਨਾਲ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ। ਫਿਰ ਉਹ ਜੀਵਨ ਮੁਕਤ ਪੁਰਸ਼ ਹੋ ਜਾਂਦੇ ਨੇ। ਜੀਵਨ ਮੁਕਤ ਪੁਰਸ਼ ਦੀ ਪਰਿਭਾਸ਼ਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸੁਖਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਦੇ ਰਹੇ ਨੇ ਕਿ ਜੀਵਨ ਮੁਕਤ ਪੁਰਸ਼ ਕੌਣ ਹੈ। ਤੇ ਸਤਿਗੁਰੂ ਕਹਿੰਦੇ ਨੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ। ਤੈਸਾ ਮਾਨ ਤੈਸਾ ਅਭਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰ ਕਹੀਐ ਜੀਵਨ ਮੁਕਤ। ਸਤਿਗੁਰੂ ਜੀ ਨੇ ਪ੍ਰਤੱਖ ਤੌਰ 'ਤੇ ਸਾਨੂੰ ਦੱਸ ਦਿੱਤਾ ਕਿ ਸਭ ਤੋਂ ਪਹਿਲਾਂ ਪ੍ਰਭੂ ਦੀ ਆਗਿਆ ਨੂੰ ਸੱਚ ਕਰਕੇ ਮੰਨਣਾ। ਇੱਕ ਆਪਾਂ ਸਰੀਰਕ ਤੌਰ 'ਤੇ ਮੰਨ ਲੈਣਾ, ਇੱਕ ਮਨ ਕਰਕੇ ਮੰਨਣਾ, ਬਹੁਤ ਫਰਕ ਹੈ। ਮਨ ਕਹਿ ਰਿਹਾ ਕਿ ਗੁਰਦੁਆਰਾ ਸਾਹਿਬ ਨਹੀਂ ਜਾਣਾ, ਸਰੀਰ ਕਹਿ ਰਿਹਾ ਕਿ ਨਹੀਂ ਚਲੋ ਗੁਰੂ ਘਰ ਚਲੀਏ, ਪਰ ਮਨ ਕਹਿੰਦਾ ਨਹੀਂ ਜਾਣਾ, ਕੀ ਲੈਣਾ ਗੁਰੂ ਘਰ ਜਾ ਕੇ। ਸਰੀਰਕ ਤੌਰ 'ਤੇ ਆਪਾਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਆ ਗਏ। ਮਨ ਕਹਿ ਰਿਹਾ ਹੈ ਕਿ ਕਥਾ ਕੀਰਤਨ ਨਹੀਂ ਸੁਣਨਾ, ਗੁਰੂ ਕੀ ਸੰਗਤ ਨਹੀਂ ਬੈਠਣਾ। ਸਰੀਰ ਕਹਿੰਦਾ ਚਲੋ ਕੁਝ ਸਮੇਂ ਲਈ ਆਪਾਂ ਚੌਂਕੜਾ ਮਾਰ ਕੇ ਬੈਠਣਾ ਕਰੀਏ, ਕੁਝ ਸਮੇਂ ਲਈ ਲਾਹਾ ਲੈਣਾ ਕਰੀਏ। ਤੇ ਗੁਰੂ ਸਵਾਰੇ ਇਹ ਦੋ ਬਿਰਤੀਆਂ ਨੇ, ਇੱਕ ਸਰੀਰਕ ਤੌਰ 'ਤੇ, ਇੱਕ ਮਨ ਤੌਰ 'ਤੇ। ਪਰ ਜਦੋਂ ਸਾਡੀ ਸਰੀਰ ਦੀ ਹਾਜ਼ਰੀ ਲੱਗਣ ਲੱਗ ਪਈ ਨਾ, ਇੱਕ ਦਿਨ ਸਮਾਂ ਐਸਾ ਵੀ ਆਣਾ, ਗੁਰੂ ਨੇ ਕਿਰਪਾ ਕਰਨੀ ਕਿ ਸਾਡੀ ਮਨ ਦੀ ਹਾਜ਼ਰੀ ਵੀ ਸਾਹਿਬਾਂ ਦੇ ਚਰਨਾਂ ਵਿੱਚ ਲੱਗਣੀ ਸ਼ੁਰੂ ਹੋ ਜਾਵੇਗੀ। ਪਰ ਇਹ ਨਹੀਂ ਕਿ ਆਪਾਂ 1 ਮਹੀਨਾ 2 ਮਹੀਨੇ ਆਪਾਂ ਸੰਗਤ ਕੀਤੀ ਫਿਰ ਆਪਾਂ ਹਟ ਗਏ, ਨਹੀਂ। ਸਮਾਂ ਲੱਗਦਾ ਗੁਰੂ ਸਵਾਰਿਆ। ਫਿਰ ਜਿਹੜੇ ਇਸ ਤਰ੍ਹਾਂ ਸਭ ਤੋਂ ਪਹਿਲਾਂ ਸਾਨੂੰ ਪ੍ਰਭੂ ਦੀ ਆਗਿਆ ਦੀ ਪਾਲਣਾ ਕਰਨੀ ਪਏ, ਗੁਰੂ ਦੇ ਬਚਨਾਂ ਨੂੰ ਕਮਾਉਣਾ ਪਵੇਗਾ। ਜਿਹੜੇ ਇਸ ਤਰ੍ਹਾਂ ਫਿਰ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਨੇ, ਉਹਨਾਂ ਨੂੰ ਫਿਰ ਆਖਿਆ ਜਾਂਦਾ ਜੀਵਨ ਮੁਕਤ ਪੁਰਸ਼, ਮੁਕਤ ਹੋ ਜਾਂਦੇ ਨੇ। ਤੇ ਸਤਿਗੁਰੂ ਕਹਿੰਦੇ ਨੇ ਉਹਨਾਂ ਦੀ ਅਵਸਥਾ ਕਿਹੋ ਜਿਹੀ? ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ। ਉਹਨਾਂ ਦੀ ਬਿਰਤੀ ਇੱਕ ਸਮ ਹੁੰਦੀ ਹੈ। ਖੁਸ਼ੀ ਆ ਗਈ ਘਰ ਵਿੱਚ, ਪਰਮਾਤਮਾ ਨੇ ਦਾਤਾਂ ਦਿੱਤੀਆਂ, 4 ਪ੍ਰਕਾਰ ਦੇ ਪਦਾਰਥ ਆ ਗਏ, ਤੇ ਗੁਰੂ ਸਵਾਰਿਓ ਫਿਰ ਵੀ ਇੱਕ ਸਮ ਬਿਰਤੀ। ਜੇ ਪਦਾਰਥ ਚਲੇ ਗਏ, ਖੁਸ਼ੀ ਚਲੀ ਗਈ, ਦੁੱਖ ਨੇ ਆ ਕੇ ਘੇਰ ਲਿਆ, ਤੇ ਦੁੱਖ ਦੇ ਵਿੱਚ ਵੀ ਉਹ ਗੁਰਮੁਖ ਜਨ ਘਬਰਾਉਂਦੇ ਨਹੀਂ, ਇੱਕ ਸਮ ਬਿਰਤੀ ਰੱਖਦੇ ਨੇ ਤੇ ਪ੍ਰਮਾਤਮਾ ਦੀ ਰਜ਼ਾ ਵਿੱਚ ਭਾਣੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ। ਤੇ ਉਹਨਾਂ ਦੀ ਨਿਗਾਹ ਵਿੱਚ ਸੋਨਾ ਤੇ ਮਿੱਟੀ ਇੱਕ ਸਮ ਬਰਾਬਰ ਹੈ, ਤੇ ਕਦੇ ਲਾਲਸਾ ਨਹੀਂ ਹੁੰਦੀ ਹੈ। ਜਿਸ ਸੋਨੇ ਨੂੰ ਮਿੱਟੀ ਦੇ ਮਤਾ ਮੰਨਦੇ ਨੇ ਗੁਰੂ ਸਵਾਰੇ, ਇਹੋ ਜਿਹੇ ਜਿਹੜੇ ਪਿਆਰੇ ਨੇ ਅਸਲ ਵਿੱਚ ਉਹ ਜੀਵਨ ਮੁਕਤ ਪੁਰਸ਼ ਨੇ। ਉਹ ਫਿਰ ਇਸ ਤਰ੍ਹਾਂ ਗੁਰੂ ਦੇ ਬਚਨਾਂ ਨੂੰ ਕਮਾ ਕੇ ਗੁਰੂ ਦੇ ਵਿੱਚ ਅਭੇਦ ਹੁੰਦੇ, ਲੀਨ ਹੁੰਦੇ ਹਨ। ਤੇ ਸਤਿਗੁਰੂ ਇੱਥੇ ਇਹੀ ਵਚਨ ਕਰਦੇ ਨੇ, ਕਹਿੰਦੇ ਭਾਈ ਰਾਮ ਨਾਮ ਗੁਰ ਬਚਨੀ ਬੋਲੋ। ਜਿਹੜਾ ਰਮੰਤੀ ਰਾਮ ਵਾਹਿਗੁਰੂ ਦਾ ਨਾਮ ਹੈ ਨਾ, ਇਹਨੂੰ ਗੁਰੂ ਦੇ ਬਚਨਾਂ ਦੇ ਰਾਹੀਂ ਭਾਈ ਬੋਲਣਾ ਕਰੋ, ਜਪਣਾ ਕਰੋ। ਗੁਰੂ ਦੇ ਬਚਨ ਭਾਵ ਸਤਿਗੁਰੂ ਦੀ ਬਾਣੀ ਦੇ ਰਾਹੀਂ, ਸਾਹਿਬਾਂ ਦੀ ਬਾਣੀ ਦੇ ਰਾਹੀਂ ਇਸ ਰਮੰਤੀ ਰਾਮ ਵਾਹਿਗੁਰੂ ਦੇ ਨਾਮ ਨੂੰ ਜਪੋ, ਤੇ ਸੰਤ ਸਭਾ ਮੈਂ ਇਹੋ ਰਸ ਟੋਲੋ। ਜਿਹੜਾ ਤੁਸੀਂ ਕਹਿੰਦੇ ਨੇ ਕਿ ਇਹ ਨਾਮ ਦਾ ਰਸ ਸਾਨੂੰ ਪ੍ਰਾਪਤ ਨਹੀਂ ਹੋ ਰਿਹਾ, ਬਾਣੀ ਪੜ੍ਹਦੇ ਹਾਂ ਸਮੇਂ ਸਾਡੀ ਸੁਰਤੀ ਕੇਂਦਰਿਤ ਨਹੀਂ ਹੁੰਦੀ, ਰਸ ਨਹੀਂ ਆ ਰਿਹਾ, ਤੇ ਸਤਿਗੁਰੂ ਕਹਿੰਦੇ ਸਤ ਸੰਗਤ ਵਿੱਚ ਆ ਕੇ ਬੈਠੋ, ਗੁਰਮੁਖਾਂ ਦੀ ਸੰਗਤ ਕਰੋ, ਉਹਨਾਂ ਦੀ ਸਾਹ ਵਿੱਚ ਬਹਿ ਕੇ ਬੈਠੋ।
ਉੱਥੇ ਤੁਹਾਨੂੰ ਨਾਮ ਦਾ ਰਸ ਜਿਹੜਾ ਹੈ ਉਹ ਪ੍ਰਾਪਤ ਹੋਵੇਗਾ। ਇੱਥੋਂ ਆ ਕੇ ਫਿਰ ਲੱਭਣਾ ਕਰੋ। ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਨਾ ਸਿੰਘਾਂ ਨੇ ਕਿ ਸਤਿਗੁਰੂ ਜੀ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਦਿਆਂ ਸਮੇਂ ਸਾਡਾ ਜਿਹੜਾ ਮਨ ਹੈ ਉਹ ਮਨ ਨਹੀਂ ਲੱਗਦਾ, ਸਾਨੂੰ ਰਸ ਨਹੀਂ ਆਉਂਦਾ। ਸਤਿਗੁਰੂ ਜੀ ਕੀ ਕਾਰਨ ਹੈ? ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖੇਡ ਵਰਤਾਈ। ਕਹਿੰਦੇ ਨੇ ਦੁੱਧ ਤਿਆਰ ਕੀਤਾ, ਦੁੱਧ ਵਿੱਚ ਫਰੂਟ ਇਤਿਆਦਿਕ ਹੋਰ ਪਦਾਰਥ ਪਾਣਾ ਕੀਤੇ ਤੇ ਸਤਿਗੁਰੂ ਕਹਿਣ ਲੱਗੇ ਸਿੰਘੋ ਇਹ ਦੁੱਧ ਛਕਣਾ ਕਰੋ। ਬਰਤਨ ਵਿੱਚ ਬਾਟੀਆਂ ਵਿੱਚ ਦੁੱਧ ਪਾਇਆ ਗਿਆ। ਪਾਤਸ਼ਾਹ ਕਹਿਣ ਲੱਗੇ ਦੁੱਧ ਛਕਣਾ ਜ਼ਰੂਰ ਹੈ, ਪਰ ਗੱਲ ਇਹ ਹੈ ਕਿ ਅੰਦਰ ਘੁੱਟ ਲੈ ਕੇ ਨਹੀਂ ਜਾਣਾ, ਕੁਰਲੇ ਕਰ ਕਰਕੇ ਬਾਹਰ ਸੁੱਟੀ ਜਾਣੇ ਨੇ। ਹੁਣ ਸਤਿਗੁਰੂ ਪਾਤਸ਼ਾਹ ਦਾ ਹੁਕਮ ਸੀ, ਸਿੰਘਾਂ ਨੇ ਉਸੇ ਤਰ੍ਹਾਂ ਹੀ ਕੀਤਾ, ਕੁਰਲੇ ਕਰ ਕਰਕੇ ਬਾਹਰ ਸੁੱਟਦੇ ਰਹੇ। ਸਤਿਗੁਰੂ ਕਹਿਣ ਲੱਗੇ ਕਿ ਭਾਈ ਇਹ ਦੱਸੋ ਤੁਹਾਨੂੰ ਰਸ ਆਇਆ ਏ? ਤੇ ਪਾਤਸ਼ਾਹ ਕਹਿਣ ਲੱਗੇ ਪਾਤਸ਼ਾਹ ਜ਼ੁਬਾਨ ਨੂੰ ਰਸ ਤਾਂ ਆਇਆ, ਪਰ ਇਹ ਰਸ ਅੰਦਰ ਨਹੀਂ ਜਾ ਸਕਿਆ, ਸਾਡੀ ਭੁੱਖ ਨਹੀਂ ਮਿਟਾ ਸਕਿਆ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਸਿੰਘੋ ਤੁਸੀਂ ਸਵਾਲ ਕੀਤਾ ਸੀ ਕਿ ਸਤਿਗੁਰੂ ਬਾਣੀ ਪੜ੍ਹਦੇ ਨੇ ਤੇ ਬਾਣੀ ਪੜ੍ਹਦਿਆਂ ਸਮੇਂ ਸਾਡਾ ਮਨ ਨਹੀਂ ਲੱਗਦਾ, ਸਾਨੂੰ ਰਸ ਨਹੀਂ ਆਉਂਦਾ। ਤੇ ਸਤਿਗੁਰੂ ਜੀ ਪਾਤਸ਼ਾਹ ਕਹਿਣ ਲੱਗੇ ਇਹ ਤੁਹਾਡੇ ਸਵਾਲ ਦਾ ਉੱਤਰ ਹੈ। ਅਸਲ ਵਿੱਚ ਤੁਸੀਂ ਬਾਣੀ ਪੜ੍ਹਦੇ ਜ਼ਰੂਰ, ਪਰ ਕੁਰਲੀਆਂ ਕਰ ਕਰਕੇ ਬਾਹਰ ਹੀ ਕੱਢੀ ਜਾ ਰਹੇ ਹੋ। ਬਾਣੀ ਤਾਂ ਅੰਦਰ ਲੈ ਕੇ ਜਾਣੀ ਨਾ, ਵਾਹਿਗੁਰੂ ਆਖਿਆ ਤੇ ਅੰਦਰ ਲੈ ਕੇ ਧੁਨੀ ਨੂੰ ਅੰਦਰ ਲੈ ਕੇ ਜਾਣਾ। ਤੇ ਪਰ ਕਹਿੰਦੇ ਕੁਰਲੀਆਂ ਕਰ ਕਰਕੇ ਬਾਹਰ ਸੁੱਟੀ ਜਾ ਰਹੇ ਹੋ। ਜਦੋਂ ਤੱਕ ਬਾਣੀ ਨੂੰ ਤੇ ਬਾਣੀ ਦੀ ਵਿਚਾਰਧਾਰਾ ਨੂੰ ਆਪਣੇ ਅੰਦਰ ਨਹੀਂ ਆਪਾਂ ਲੈ ਕੇ ਜਾਂਦੇ, ਹਿਰਦੇ ਅੰਦਰ ਨਹੀਂ ਵਸਾਉਂਦੇ, ਤੇ ਉਦੋਂ ਤੱਕ ਗੁਰੂ ਸਰੇ ਸਾਨੂੰ ਨਾਮ ਦਾ ਰਸ ਪ੍ਰਾਪਤ ਨਹੀਂ ਹੋ ਸਕਦਾ। ਨਾਮ ਦਾ ਰਸ ਲੈਣ ਦੇ ਲਈ ਸਾਨੂੰ ਸਤਿਗੁਰ ਦੀ ਬਾਣੀ ਨੂੰ ਬੜੀ ਸਹਿਜਤਾ ਨਾਲ ਪੜ੍ਹਨਾ ਪਵੇਗਾ, ਸਹਿਜਤਾ ਦੇ ਨਾਲ, ਪਿਆਰ ਦੇ ਨਾਲ, ਪਿਆਰ ਦੇ ਨਾਲ। ਜਿਵੇਂ ਸਤਿਗੁਰੂ ਕਹਿੰਦੇ ਨੇ ਹਰ ਕਾ ਬਿਲੋਬ ਨਾ ਬਿਲੋਬ ਮੇਰੇ ਭਾਈ, ਸਹਿਜ ਬਿਲੋਬੋ ਜੈਸੇ ਤਤ ਨਾ ਜਾਈ। ਹੁਣ ਸੰਤ ਸਭਾ ਮੈਂ ਇਹੋ ਹਰਸ ਟੋਲੋ। ਕਹਿੰਦੇ ਇਹ ਜਿਹੜਾ ਨਾਮ ਦਾ ਰਸ ਹੈ ਕਿੱਥੋਂ ਲੱਭਣਾ? ਰੱਬ ਦੇ ਪਿਆਰੇ ਸੰਤ ਜਨਾਂ ਦੀ ਸਭਾ ਸੰਗਤ ਵਿੱਚ ਬੈਠ ਕੇ, ਗੁਰਮੁਖਾਂ ਦੀ ਸੰਗਤ ਕਰਕੇ। ਕਹਿੰਦੇ ਭਾਈ ਇਹ ਨਾਮ ਲੱਭਣਾ ਕਰੋ। ਦੇਖੋ ਗੁਰੂ ਸਵਾਰਿਓ ਸਾਨੂੰ ਮਨੁੱਖਾਂ ਦੇਈਆਂ ਮਿਲੀਆਂ ਨੇ, ਅੱਜ ਸਾਡੇ ਕੋਲ ਮਨੁੱਖਾਂ ਦੇਈਆਂ ਨੇ, ਕੱਲ੍ਹ ਨੂੰ ਪਤਾ ਨਹੀਂ ਮਿਲਣੀ ਕਿ ਨਹੀਂ ਮਿਲਣੀ ਹੈ। ਜਦੋਂ ਤੱਕ ਆਪਾਂ ਗੁਰੂ ਦੇ ਬਚਨਾਂ ਨੂੰ ਨਹੀਂ ਕਮਾਉਂਦੇ ਉਦੋਂ ਤੱਕ ਸਾਡੀਆਂ ਇਹ ਦੇਈਆਂ ਸਫਲੀਆਂ ਨਹੀਂ ਹੋ ਸਕਦੀਆਂ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਵਚਨ ਨੇ, ਸਾਡੇ ਇਕੱਲੇ ਇਕੱਲੇ ਅੰਗ ਦੀ ਭਾਈ ਸਾਹਿਬ ਜੀ ਇੱਥੇ ਗੱਲ ਕਰਦੇ ਨੇ। ਕਹਿੰਦੇ ਦੇਖ ਭਾਈ ਇਹ ਜੀਵ ਤੈਨੂੰ ਪਰਮਾਤਮਾ ਨੇ ਨੇਤਰ ਦਿੱਤੇ, ਪਰਮਾਤਮਾ ਨੇ ਤੈਨੂੰ ਹੱਥ ਦੇਣਾ ਕੀਤੇ, ਕੰਨ ਦੇਣਾ ਕੀਤੇ ਸੁਣਨ ਦੇ ਲਈ, ਪੈਰ ਦੇਣਾ ਕੀਤੇ ਤੁਰਨ ਦੇ ਲਈ, ਪਰ ਜੇ ਤੂੰ ਕੰਨਾਂ ਦੇ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕੀਤੀ, ਸੁਣੀ ਨਹੀਂ, ਕੰਨਾਂ ਦੇ ਰਾਹੀਂ ਚੁਗਲੀ ਨਿੰਦਿਆ ਸੁਣਦਾ ਰਿਹਾ, ਨੇਤਰਾਂ ਦੇ ਰਾਹੀਂ ਤੂੰ ਪਰਾਇਆ ਰੂਪੇ ਤੱਕਦਾ ਰਿਹਾ, ਕਹਿੰਦੇ ਫਿਰ ਜਵਾ ਰਸਨਾਂ ਦੇ ਰਾਹੀਂ ਉਸ ਮਾਲਕ ਦੇ ਜਸ ਕਰਨਾ ਸੀ, ਵਡਿਆਈ ਕਰਨੀ ਸੀ, ਰਸਨਾਂ ਨਾਲ ਚੁਗਲੀ ਕਰਦਾ ਰਿਹਾ। ਤੇ ਇਸ ਤਰ੍ਹਾਂ ਕਹਿੰਦੇ ਫਿਰ ਪੈਰਾਂ ਨਾਲ ਤੁਰ ਕੇ ਕੁਸੰਗਤ ਵਾਲੇ ਪਾਸੇ ਜਾਂਦਾ ਰਿਹਾ। ਉਹਨਾਂ ਦੀ ਥਾਂ ਤੇ ਜਾਂਦਾ ਜਿੱਥੇ ਸਾਡੇ ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਨੇ ਕਿ ਨਹੀਂ ਜਾਣਾ ਸਿੱਖਾ। ਕਹਿੰਦੇ ਭਾਈ ਫਿਰ ਤੈਨੂੰ ਨਾਮ ਦਾ ਰਸ ਨਹੀਂ ਮਿਲ ਸਕਦਾ। ਨਾਮ ਦਾ ਰਸ ਪ੍ਰਾਪਤ ਕਰਨ ਦੇ ਲਈ ਤੈਨੂੰ ਗੁਰੂ ਦੇ ਸ਼ਬਦ ਦਾ ਆਨੰਦ ਮਾਣਨਾ ਪਵੇਗਾ। ਭਾਈ ਗੁਰਦਾਸ ਜੀ ਦੇ ਬਚਨ ਕਹਿੰਦੇ ਨੇ, ਜੈਸੇ ਬਿਨ ਲੋਚਨ ਬੇਲੋਚੀਐ ਨ ਰੂਪ ਰੰਗ, ਸ਼ਰਵਣ ਬਿਹੂਣ ਰਾਗ ਨਾਦ ਨ ਸੁਨੀਜੀਐ, ਜੈਸੇ ਬਿਨ ਜਿਹਬਾ ਨ ਉਚਰੈ ਸ਼ਬਦ, ਅਰ ਨਾਸਕਾ ਬਿਹੂਣ ਬਾਸ ਬਾਸ ਨ ਲੀਜੀਐ। ਜੈਸੇ ਬਿਨ ਲੋਚਨ ਬੇਲੋਚੀ, ਨੇਤਰਾਂ ਤੋਂ ਬਿਨਾਂ ਸਾਡੇ ਨੇਤਰ ਸਹੀ ਨਾ ਹੋਣ,
ਨੇਤਰ ਦਿੱਤੇ ਹੋਣ ਪਰਮਾਤਮਾ ਨੇ, ਪਰ ਨੇਤਰਾਂ ਵਿੱਚ ਲਾਈਟ ਨਾ ਹੋਵੇ, ਰੋਸ਼ਨੀ ਨਾ ਹੋਵੇ, ਤੇ ਆਪਾਂ ਗੁਰੂ ਸਵਾਰੇ ਕਿਸੇ ਦਾ ਰੂਪ ਰੰਗ ਨਹੀਂ ਦੇਖ ਸਕਾਂਗੇ। ਦੁਨੀਆ ਦੇ ਲੋਕ ਸਾਨੂੰ ਫਿਰ ਨਾਮ ਦੇਣਗੇ, ਜਿਨ੍ਹਾਂ ਕੋਲ ਲਾਈਟ ਨਹੀਂ ਹੈ, ਰੋਸ਼ਨੀ ਨਹੀਂ ਹੈ, ਉਹਨਾਂ ਨੂੰ ਦੁਨੀਆ ਦੇ ਲੋਕ ਕਹਿੰਦੇ ਨੇ ਇਹ ਫਲਾਣਾ ਮਨੁੱਖ ਮਨਾਖਾ ਹੈ, ਅੰਧਲਾ ਹੈ, ਇਸ ਤਰ੍ਹਾਂ ਦੇ ਨਾਮ ਵਰਤੇ ਜਾਂਦੇ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਸ ਤਰ੍ਹਾਂ ਨੇਤਰ ਸਹੀ ਸਲਾਮਤ ਨਾ ਹੋਣ, ਨੇਤਰਾਂ ਤੋਂ ਬਿਨਾਂ ਰੂਪ ਰੰਗ ਨਹੀਂ ਦੇਖਿਆ ਜਾ ਸਕਦਾ। ਤੇ ਕੰਨ ਦਿੱਤੇ ਹੋਣ ਪਰਮਾਤਮਾ ਨੇ, ਪਰ ਕੰਨਾਂ 'ਚ ਸੁਣਨ ਦੀ ਸ਼ਕਤੀ ਨਾ ਹੋਵੇ। ਕੰਨੋਂ ਜਿਹਨੂੰ ਨਾ ਸੁਣਦਾ ਆਪਾਂ ਕਹਿੰਦੇ ਫਲਾਣਾ ਬੋਲਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਸ ਤਰ੍ਹਾਂ ਜੇ ਤੇਰੇ ਕੰਨ ਸਹੀ ਸਲਾਮਤ ਨੇ, ਕੰਨਾਂ ਦੇ ਰਾਹੀਂ ਕਹਿੰਦੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਨਹੀਂ ਸੁਣੀ ਜਾ ਸਕਦੀ। ਸ਼ਰਵਣ ਵਿਹੂਣ ਜੈਸੇ ਬਿਨ ਲੋਚਨ ਬਿਲੋਚੀਐ ਨ ਰੂਪ ਰੰਗ, ਸ਼ਰਵਣ ਵਿਹੂਣ ਰਾਗ ਨਾਦ ਨ ਸੁਨੀਜੀਐ, ਰਾਗ ਇਤਿਆਦਿਕ ਕਹਿੰਦੇ ਇਹਦੇ ਰਾਹੀਂ ਨਹੀਂ ਸੁਣੇ ਜਾ ਸਕਦੇ ਨੇ। ਇਸੇ ਤਰ੍ਹਾਂ ਅਗਲਾ ਬਚਨ ਕਰਦੇ ਨੇ, ਜੈਸੇ ਬਿਨ ਲੋਚਨ ਬਿਲੋਚੀਐ ਨ ਰੂਪ ਰੰਗ, ਸ਼ਰਵਣ ਵਿਹੂਣ ਰਾਗ ਨਾਦ ਨ ਸੁਨੀਜੀਐ, ਜੈਸੇ ਬਿਨ ਜਿਹਬਾ ਨ ਉਚਰੈ ਸ਼ਬਦ, ਅਰ ਨਾਸਕਾ ਵਿਹੂਣ ਬਾਸ ਬਾਸ ਨ ਲੀਜੀਐ। ਜ਼ੁਬਾਨ ਦਿੱਤੀ ਹੈ, ਜੇ ਜ਼ੁਬਾਨ 'ਚ ਬੋਲਣ ਦੀ ਸ਼ਕਤੀ ਨਾ ਹੋਵੇ ਆਪਾਂ ਕਿਵੇਂ ਬੋਲ ਲਵਾਂਗੇ। ਤੇ ਨੱਕ ਦਿੱਤਾ ਪਰਮਾਤਮਾ ਨੇ, ਨੱਕ ਦੇ ਰਾਹੀਂ ਆਪਾਂ ਸੁਗੰਧੀ ਲੈਂਦੇ ਹਾਂ। ਸੁਗੰਧੀ ਲੈ ਕੇ ਪਤਾ ਲੱਗਦਾ ਕਿ ਆਹ ਬਦਬੂ ਹੈ, ਆਹ ਖੁਸ਼ਬੂ ਵਾਲਾ ਪਦਾਰਥ ਹੈ, ਤੇ ਨੱਕ ਦੇ ਰਾਹੀਂ ਆਪਾਂ ਸਭ ਕੁਝ ਦੇਖਦੇ ਹਾਂ, ਮਹਿਸੂਸ ਕਰਦੇ ਹਾਂ। ਤੇ ਭਾਈ ਗੁਰਦਾਸ ਜੀ ਕਹਿੰਦੇ ਜਿਸ ਤਰ੍ਹਾਂ ਜ਼ੁਬਾਨ ਤੋਂ ਬਿਨਾਂ ਬੋਲਿਆ ਨਹੀਂ ਜਾ ਸਕਦਾ, ਤੇ ਸੁਗੰਧੀ ਜਿਹੜੀ ਹੈ ਨੱਕ ਤੋਂ ਲਈ ਨਹੀਂ ਜਾ ਸਕਦੀ, ਸ਼ਰਵਣ ਵਿਹੂਣ, ਇਸੇ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਹੀ ਕਿ ਭਾਈ ਗੁਰਦਾਸ ਇਸ ਤਰ੍ਹਾਂ ਇਸ ਨੱਕ ਤੋਂ ਬਿਨਾਂ ਕਹਿੰਦੇ ਸੁਗੰਧੀ ਨਹੀਂ ਲਈ ਜਾ ਸਕਦੀ ਹੈ। ਜੈਸੇ ਬਿਨ ਕਰ ਕਰ ਸਕੈ ਨ ਕਿਰਤ ਕਰਮ, ਚਰਨ ਵਿਹੂਣ ਭੌਣ ਕੌਣ ਗਤ ਕੀਜੀ ਹੈ। ਹੱਥ ਦਿੱਤੇ ਨੇ, ਜੇ ਹੱਥ ਸਾਡੇ ਨਾ ਹੋਣ ਤੇ ਹੱਥਾਂ ਤੋਂ ਬਿਨਾਂ ਆਪਾਂ ਗੁਰੂ ਸਵਰੇ ਆਪਣੀ ਕਿਰਤ ਨਹੀਂ ਕਰ ਸਕਦੇ ਹਾਂ, ਟਹਿਲ ਸੇਵਾ ਨਹੀਂ ਕਰ ਸਕਦੇ, ਕੋਈ ਕਾਰਜ ਆਪਣੀ ਕਿਰਿਆ ਨਹੀਂ ਸੋਚ ਸਕਦੇ ਹਾਂ। ਪੈਰਾਂ ਤੋਂ ਬਿਨਾਂ ਆਪਾਂ ਤੁਰ ਕੇ ਨਹੀਂ ਜਾ ਸਕਦੇ। ਮਾਨੋ ਪਰਮਾਤਮਾ ਨੇ ਸੋਹਣਾ ਘਰ ਦਿੱਤਾ, ਵਧੀਆ ਘਰ ਬਣ ਗਿਆ, ਸਾਰੀ ਸੁੱਖ ਸਹੂਲਤਾਂ ਨੇ, ਪਰ ਜੇ ਸਾਡੇ ਪੈਰ ਸਹੀ ਸਲਾਮਤ ਨਹੀਂ, ਆਪਾਂ ਗੁਰੂ ਸਰ ਕਿਵੇਂ ਆਪਣੇ ਘਰ ਵਿੱਚ ਵਿਚਰਾਂਗੇ, ਕਿਵੇਂ ਆਪਾਂ ਸੰਸਾਰ ਵਿੱਚ ਵਿਚਰ ਸਫ਼ਰ ਕਰਾਂਗੇ। ਜੇ ਪੈਰ ਨੇ, ਪੈਰਾਂ ਦੇ ਰਾਹੀਂ ਹੀ ਚੱਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਅਖੀਰਲੀ ਪੰਕਤੀ ਬਚਨ ਕਰਦੇ ਨੇ, ਜੈਸੇ ਬਿਨ ਕਰ ਕਰ ਸਕੈ ਨ ਕਿਰਤ ਕਰਮ, ਚਰਨ ਵਿਹੂਣ ਭੌਣ ਗੌਣ ਗਤ ਕੀਜੀਐ, ਆਸਨ ਬਸਨ ਬਿਨ ਧੀਰਜ ਨ ਧਰੈ ਦੇਹ, ਬਿਨ ਗੁਰ ਸ਼ਬਦ ਨਹਿ ਪ੍ਰੇਮ ਰਸ ਪੀਜੀਐ। ਜਿਹੜੀ ਇਹ ਸਾਡੀ ਪੰਜ ਭੂਤਕ ਦੇਹੀ ਹੈ, ਇਸ ਦੇਹੀ ਨੂੰ ਦੋ ਚੀਜ਼ਾਂ ਦੀ ਲੋੜ ਹੈ। ਪਹਿਲੀ, ਇਹਨੂੰ ਤਾਕਤ ਦੇਣ ਵਾਸਤੇ ਸਾਨੂੰ ਭੋਜਨ ਦੀ ਲੋੜ ਹੈ। ਆਸਨ ਦਾ ਅਰਥ ਹੈ ਭੋਜਨ। ਦੂਜਾ ਹੈ ਬਸਤਰ, ਨਗੇਜ ਨੂੰ ਢੱਕਣ ਦੇ ਲਈ ਸਾਨੂੰ ਬਸਤਰ ਦੀ ਲੋੜ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਦੋਨਾਂ ਤੋਂ ਬਿਨਾਂ ਜਿਹੜੀ ਇਹ ਦੇਹੀ ਹੈ, ਇਹ ਧੀਰਜ ਨਹੀਂ ਧਰ ਸਕਦੀ ਹੈ। ਆਸਨ ਬਸਨ ਬਿਨ ਧੀਰਜ ਨ ਧਰੈ ਦੇਹ। ਤੇ ਜਿਵੇਂ ਕਹਿੰਦੇ ਇਸ ਤਰ੍ਹਾਂ ਇਹ ਦੇਹੀ ਭੋਜਨ ਤੋਂ ਬਿਨਾਂ, ਬਸਤਰ ਤੋਂ ਦੇਹ ਨਹੀਂ, ਇਹ ਧੀਰਜ ਨਹੀਂ ਧਾਰਨ ਕਰ ਸਕਦੀ ਹੈ। ਇਸੇ ਤਰ੍ਹਾਂ ਬਿਨ ਗੁਰ ਸ਼ਬਦ ਨਹਿ ਪ੍ਰੇਮ ਰਸ ਬੀਜੀ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ, ਸਾਹਿਬਾਂ ਦੀ ਬਾਣੀ ਤੋਂ ਬਿਨਾਂ ਕਹਿੰਦੇ ਪ੍ਰੇਮ ਦਾ ਰਸ ਜਿਹੜਾ ਹੈ ਉਹ ਪੀਤਾ ਨਹੀਂ ਜਾ ਸਕਦਾ, ਪ੍ਰੇਮ ਦਾ ਰਸ ਚੱਖਿਆ ਨਹੀਂ ਜਾ ਸਕਦਾ। ਜੇ ਨਾਮ ਦਾ ਰਸ ਚੱਖਣਾ ਹੈ, ਪ੍ਰੇਮ ਦਾ ਰਸ ਚੱਖਣਾ ਹੈ, ਕਹਿੰਦੇ ਸਤਿਗੁਰ ਦੀ ਬਾਣੀ ਦੇ ਨਾਲ ਹੀ ਤੈਨੂੰ ਜੁੜਨਾ ਪਵੇਗਾ।
ਉਹੀ ਬਚਨ ਸਤਿਗੁਰੂ ਇੱਥੇ ਕਰਦੇ ਨੇ, ਕਹਿੰਦੇ ਨੇ ਸੰਤ ਸਭਾ ਮਹਿ ਇਹੋ ਰਸ ਟੋਲੋ। ਜਿਹੜੇ ਨਾਮ ਦੇ ਰਸ ਨੂੰ ਤੂੰ ਥਾਵਾਂ ਥਾਵਾਂ ਤੇ ਲੱਭਦਾ ਫਿਰਦਾ ਭਾਈ, ਕਿ ਮੈਨੂੰ ਇੱਥੋਂ ਰਸ ਮੈਂ ਇੱਥੋਂ ਮਿਲ ਜਾਵੇ, ਤੇ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਸੰਤ ਜਨਾਂ ਦੀ ਸਾਹ ਵਿੱਚ ਸੰਗਤ ਵਿੱਚ ਜਾ ਕੇ ਬੈਠ, ਗੁਰਮੁਖਾਂ ਦੀ ਸੰਗਤ ਕਰ, ਸਾਧ ਸੰਗਤ ਵਿੱਚ ਜਾ ਕੇ ਬੈਠ। ਉੱਥੇ ਜਾ ਕੇ ਕਹਿੰਦੇ ਉਸ ਵਾਹਿਗੁਰੂ ਦੇ ਗੁਣਾਂ ਨੂੰ ਸੁਣ, ਉਸ ਵਾਹਿਗੁਰੂ ਦੀ ਸਿਫਤ ਸਲਾਹ ਨੂੰ, ਉਸ ਮਾਲਕ ਦੇ ਗੁਣਾਂ ਦਾ ਗਾਇਨ ਕਰਨਾ ਕਰ। ਕਹਿੰਦੇ ਤੈਨੂੰ ਨਾਮ ਦਾ ਰਸ ਉੱਥੋਂ ਹੀ ਪ੍ਰਾਪਤ ਹੋਣਾ ਹੈ, ਹੋਰ ਤੈਨੂੰ ਬਾਹਰ ਜਾਣ ਦੀ ਕਿਤੇ ਲੋੜ ਨਹੀਂ ਹੈ। ਇਸ ਕਰਕੇ ਜਿਹੜੇ ਫਿਰ ਸਤਿਗੁਰੂ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ, ਗੁਰਮਤਿ ਖੋਜ ਲਹੋ ਘਰ ਆਪਣਾ, ਬਹੁੜ ਨ ਗਰਭ ਮਝਾਰਾ ਹੈ। ਸਤਿਗੁਰੂ ਜੀ ਬਚਨ ਕਰਦੇ ਗੁਰਮਤਿ, ਗੁਰੂ ਦੀ ਮੱਤ ਦੇ ਧਾਰਨੀ ਬਣ ਕੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚੋਂ ਹੀ ਕਹਿੰਦੇ ਭਾਈ ਖੋਜ ਲੋ, ਲੱਭਣਾ ਕਰੋ, ਆਪਣੇ ਘਰ ਨੂੰ ਲੱਭੋ। ਜਦੋਂ ਘਰ ਦੇ ਵਿੱਚੋਂ ਹੀ ਲੱਭ ਲਵੋਗੇ ਉਸ ਵਾਹਿਗੁਰੂ ਨੂੰ, ਫਿਰ ਦੁਬਾਰਾ ਤੁਹਾਡਾ ਮਾਤਾ ਦੇ ਗਰਭ ਵਿੱਚ ਨਹੀਂ ਆਉਣਾ ਹੋਵੇਗਾ। ਭਾਵ ਜੰਮਣ ਮਰਨ ਦਾ ਚੱਕਰ ਜਿਹੜਾ ਹੈ ਕੱਟਿਆ ਜਾਵੇਗਾ, ਸਫਰ ਤੁਹਾਡਾ ਪੂਰਾ ਹੋ ਜਾਵੇਗਾ। ਕਿਉਂਕਿ ਸਾਨੂੰ ਮਨੁੱਖਾਂ ਦੇਹੀਆਂ ਮਿਲੀਆਂ, ਪਤਾ ਨਹੀਂ ਗੁਰੂ ਸਰ ਕਿੰਨੇ ਆਪਾਂ ਜਨਮ ਧਾਰਨ ਕੀਤੇ ਨੇ। ਕਦੇ ਕੀੜਾ ਬਣ ਗਿਆ, ਕਦੇ ਮਕੌੜਾ ਬਣ ਗਿਆ, ਕਦੇ ਕੁਝ ਬਣਿਆ, ਕਦੇ ਕੁਝ ਬਣਿਆ। 84 ਲੱਖ ਜੂਨਾਂ ਵਿੱਚ ਭਟਕ ਕੇ ਫਿਰ ਸਾਨੂੰ ਮਨੁੱਖਾ ਦੇਹੀ ਮਿਲੀ ਹੈ। ਇਹ ਸਾਨੂੰ ਸਮਾਂ ਮਿਲਿਆ ਉਸ ਵਾਹਿਗੁਰੂ ਦੇ ਨਾਲ ਇੱਕਮਿਕ ਹੋਣ ਦੇ ਲਈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛੋ, ਤੇ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਿ ਚਿਰੰਕਾਲ ਮਾਨਸ ਜਨਮ ਅਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਚਿਰੰਕਾਲ, ਚਿਰੰਕਾਲ ਬੜੇ ਕਾਲਾਂ ਤੋਂ, ਬੜੇ ਸਮੇਂ, ਲੰਮੇ ਸਮੇਂ ਤੋਂ, ਪਤਾ ਨਹੀਂ ਕਿੰਨੇ ਯੁੱਗ ਬਤੀਤ ਹੋ ਗਏ। ਇਸ ਤਰ੍ਹਾਂ ਤੂੰ ਭਟਕਣਾ ਦੇ ਵਿੱਚ ਰਿਹਾ ਜੀਵ, ਅਨੇਕਾਂ ਸਰੀਰ ਧਾਰਨ ਕੀਤੇ, ਤੇ ਹੁਣ ਤੈਨੂੰ ਮਨੁੱਖਾ ਦੇਹੀ ਮਿਲ ਗਈ। ਇਹ ਸਮਾਂ ਹੈ ਇਸ ਮਨੁੱਖਾ ਦੇਹੀ ਨੂੰ ਸਫਲਾ ਕਰਨ ਦਾ। ਬੜਾ ਅਮੋਲਕ ਤੇਰਾ ਮਨੁੱਖਾ ਜਨਮ ਹੈ। ਸਫਲਾ ਕਿਵੇਂ ਕਰਨਾ? ਗੁਰ ਚਰਨ ਸ਼ਰਨ ਕੈ, ਗੁਰੂ ਪਾਤਸ਼ਾਹ ਦੀ ਚਰਨਾਂ ਵਿੱਚ ਜੁੜ ਕੇ ਸਤਿਗੁਰਾਂ ਸ਼ਰਨ ਤੱਕ ਕੇ। ਚਿਰੰਕਾਲ ਮਾਨਸ ਜਨਮ ਅਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕੈ, ਨਾਸਕਾ ਅਮੋਲ ਚਰਨਾਰ ਬਿੰਦ ਵਾਸਨਾ ਕੈ। ਨਾਸਕਾ ਅਮੋਲ ਚਰਨਾਰ ਬਿੰਦ ਵਾਸਨਾ ਕੈ, ਰਸਨਾ ਅਮੋਲ ਗੁਰ ਮੰਤਰ ਸਿਮਰਨ ਕੈ। ਕਹਿੰਦੇ ਦੇਖ ਤੈਨੂੰ ਵਾਹਿਗੁਰੂ ਨੇ ਨੱਕ ਦੇਣਾ ਕੀਤਾ, ਇਸ ਨੱਕ ਦੇ ਰਾਹੀਂ ਕਹਿੰਦੇ ਜਦੋਂ ਗੁਰੂ ਦੇ ਸੁੰਦਰ ਕਮਲਾਂ ਵਰਗੇ ਚਰਨ ਨੇ, ਇਹਨਾਂ ਗੁਰੂ ਦੇ ਸੁੰਦਰ ਕਮਲਾਂ ਵਰਗੇ ਚਰਨਾਂ ਉੱਤੇ ਜਦੋਂ ਤੂੰ ਆ ਕੇ ਆਪਣਾ ਸੀਸ ਰੱਖੇਗਾ, ਸਤਿਗੁਰਾਂ ਦੇ ਚਰਨਾਂ ਦੀ ਸੁਗੰਧੀ ਆਪਣੇ ਨੱਕ ਦੇ ਰਾਹੀਂ ਅੰਦਰ ਲਿਜਾਣਾ ਕਰ। ਕਹਿੰਦੇ ਫਿਰ ਤੇਰਾ ਨੱਕ ਸਫਲਾ, ਕਿਉਂਕਿ ਤੂੰ ਨੱਕ ਤੇ ਸਤਿਗੁਰ ਦੇ ਦਰ ਤੇ ਆ ਕੇ ਰਗੜਨਾ ਕੀਤਾ। ਤੇ ਤੈਨੂੰ ਪੈਰ ਦਿੱਤੇ ਨੇ ਪ੍ਰਮਾਤਮਾ ਨੇ, ਪੈਰਾਂ ਨਾਲ ਤੁਰ ਕੇ ਗੁਰੂ ਕੀ ਸੰਗਤ ਵਿੱਚ ਆ ਤੇ ਗੁਰੂ ਕੀ ਸੰਗਤ ਦਾ ਆਨੰਦ ਮਾਣਨਾ ਕਰ। ਸਤਿਗੁਰੂ ਪਾਤਸ਼ਾਹ ਦੀ ਪਰਿਕਰਮਾ ਕਰ, ਚਰਨ ਅਮੁੱਲ ਪ੍ਰਦਰਸ਼ਨ ਕਰਨ ਕੈ। ਤੇ ਇਸ ਤਰ੍ਹਾਂ ਤੇਰਾ ਇੱਕ ਇੱਕ ਸਰੀਰ ਦਾ ਅੰਗ ਸਫਲਾ ਹੋ ਜਾਵੇਗਾ। ਕਿਉਂਕਿ ਗੁਰੂ ਸਵਾਰਿਓ ਇਸ ਕਰਕੇ ਸਤਿਗੁਰੂ ਇੱਥੇ ਬਚਨ ਕਰਦੇ ਨੇ, ਗੁਰਮਤਿ ਖੋਜ ਲਹੋ ਘਰ ਆਪਣਾ। ਗੁਰੂ ਦੀ ਮੱਤ ਦੇ ਧਾਰਨੀ ਬਣ ਕੇ ਕਹਿੰਦੇ ਭਾਈ ਆਪਣੇ ਹਿਰਦੇ ਰੂਪੀ ਘਰ ਵਿੱਚੋਂ ਉਸ ਮਾਲਕ ਪ੍ਰਭੂ ਨੂੰ ਖੋਜ ਲੋ, ਲੱਭਣਾ ਕਰੋ। ਬਹੁੜ ਨਾ ਗਰਭ ਮਝਾਰਾ ਹੈ, ਫਿਰ ਦੁਆਰਾ ਤੈਨੂੰ ਮਾਤਾ ਦੇ ਗਰਭ ਵਿੱਚ ਨਹੀਂ ਪੈਣਾ ਪਵੇਗਾ, ਤੂੰ ਮੁਕਤ ਹੋ ਜਾਵੇਗਾ। ਸੱਚ ਤੀਰਥ ਨਹਾਵੋ, ਹਰ ਗੁਣ ਗਾਵੋ, ਤਤ ਵਿਚਾਰੋ, ਹਰ ਲਿਵ ਲਾਵੋ। ਪਾਤਸ਼ਾਹ ਜੀ ਅਗਲੇ ਪਦੇ ਵਿੱਚ ਬਖਸ਼ਿਸ਼ ਕਰਦੇ ਨੇ, ਜਿਹੜਾ ਇਹ ਭਾਰਤ ਦੇਸ਼ ਹੈ,
ਇਸ ਦੇਸ਼ ਦੇ ਵਿੱਚ ਤੀਰਥਾਂ ਦੀ ਬੜੀ ਮਹੱਤਤਾ ਦੱਸੀ ਗਈ। ਹਿੰਦੂ ਮਤ ਦੇ ਅਨੁਸਾਰ ਲੋਕ 68 ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਦੇ ਨੇ ਤੇ ਇੰਜ ਆਪਣੇ ਆਪ ਨੂੰ ਕਹਿੰਦੇ ਨੇ ਸਾਡਾ ਜੀਵਨ ਸਫਲਾ ਹੋ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਨਹੀਂ ਭਾਈ, ਅਸਲ ਤੀਰਥ ਹੈ ਕਿਹੜੇ ਨੇ, ਤੀਰਥ ਇਹਨਾਂ ਨੂੰ ਕਿਉਂ ਆਖਿਆ ਗਿਆ? ਕਿਉਂਕਿ ਜਦੋਂ ਆਪਾਂ ਵਿਚਾਰ ਕੇ ਦੇਖੀਏ, ਪੁਰਾਤਨ ਸਮਿਆਂ ਵਿੱਚ ਜਦੋਂ ਜਿੰਨੇ ਵੀ ਮਹਾਂਪੁਰਖ ਹੋਏ ਨੇ, ਗੁਰਮੁਖ ਜਨ ਹੋਏ ਨੇ, ਪੁਰਾਤਨ ਸਮਿਆਂ ਵਿੱਚ ਪਾਣੀ ਦੀ ਬੜੀ ਘਾਟ ਹੁੰਦੀ ਸੀ। ਅੱਜ ਕੱਲ੍ਹ ਤਾਂ ਗੁਰੂ ਦੀ ਬੜੀ ਬਖਸ਼ਿਸ਼ ਹੈ, ਘਰ ਘਰ ਦੇ ਵਿੱਚ ਨਲਕੇ ਲੱਗੇ ਹੋਏ, ਟੂਟੀਆਂ ਲੱਗੀਆਂ ਨੇ ਤੇ ਪਾਣੀ ਘਰਾਂ ਵਿੱਚ ਪਹੁੰਚਦਾ ਹੈ। ਉਦੋਂ ਲੋਕ ਖੂਹਾਂ ਤੋਂ, ਦਰਿਆਵਾਂ ਤੋਂ, ਨਦੀਆਂ ਤੋਂ ਜਲ ਲੈ ਕੇ ਆਉਂਦੇ ਸਨ। ਉਹਨਾਂ ਜਲ ਦਾ ਇਸਤੇਮਾਲ ਕੀਤਾ ਜਦੋਂ ਉਹ ਵਰਤੋਂ ਵਿੱਚ ਆਉਂਦਾ ਸੀ। ਪਰ ਜਿਹੜੇ ਰੱਬ ਦੇ ਪਿਆਰੇ ਗੁਰਮੁਖ ਜਨ ਭਜਨੀਕ ਪੁਰਸ਼ ਸੀ ਨਾ, ਉਹਨਾਂ ਨੇ ਜਾ ਕੇ ਨਦੀਆਂ ਦਰਿਆਵਾਂ ਦੇ ਕਿਨਾਰਿਆਂ 'ਤੇ ਜਾ ਕੇ ਡੇਰੇ ਲਾ ਲਏ। ਡੇਰੇ ਲਾਏ, ਉੱਥੇ ਬੈਠ ਕੇ ਇਸ਼ਨਾਨ ਕਰਨ ਲੱਗ ਪਏ ਤੇ ਨਾਲੇ ਉੱਥੇ ਬੈਠ ਕੇ ਪਰਮਾਤਮਾ ਦੀ ਬੰਦਗੀ ਕਰਦੇ ਨੇ। ਤੇ ਇਸ ਤਰ੍ਹਾਂ ਉਸ ਮਾਲਕ ਦੇ ਵਿੱਚ ਅਭੇਦ ਹੁੰਦੇ ਸਨ। ਤੇ ਹੌਲੀ ਹੌਲੀ ਜਦੋਂ ਦੁਨੀਆ ਦੇ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਤੇ ਕਹਿ ਦਿੱਤਾ ਕਿ ਇਹ ਤੀਰਥ ਹੈ, ਇਹ ਫਲਾਣਾ ਤੀਰਥ ਹੈ, ਤੇ ਲੋਕ ਕਹਿਣ ਲੱਗੇ ਜੇ ਇਸ ਤੀਰਥ ਵਿੱਚ ਨਹਾਵੋਗੇ ਤੇ ਤੁਸੀਂ ਪਵਿੱਤਰ ਹੋ ਜਾਵੋਗੇ। ਤੇ ਲੋਕ ਗੁਰੂ ਸਰ ਭੀਰਾਂ ਕੱਤ ਕੇ ਜਾਣ ਲੱਗ ਪਏ। 68 ਤੀਰਥਾਂ ਦੀ ਗਿਣਤੀ ਹਿੰਦੂ ਮਤ ਦੇ ਅਨੁਸਾਰ ਹੈ। ਤੇ ਲੋਕ ਉੱਥੇ ਜਾ ਕੇ ਇਸ਼ਨਾਨ ਕਰਨ ਲੱਗ ਪਏ, ਆਪਣੇ ਆਪ ਪਵਿੱਤਰ ਸਮਝਣ ਲੱਗ ਪਏ। ਤੇ ਸਤਿਗੁਰੂ ਕਹਿੰਦੇ ਨੇ ਕਿ ਤੀਰਥਾਂ ਉੱਤੇ ਜਾਵੋ, ਪਰ ਤੀਰਥਾਂ ਉੱਤੇ ਜਾ ਕੇ ਇਸ ਗੱਲ ਦਾ ਖੋਜ ਕਰੋ ਕਿ ਇੱਥੇ ਕਿਹੜੇ ਰੱਬ ਦੇ ਪਿਆਰੇ ਨੇ ਬੈਠ ਕੇ ਬੰਦਗੀ ਕੀਤੀ ਸੀ। ਜੇ ਉਸਨੇ ਇੰਨਾ ਸਾਲ ਬੰਦਗੀ ਕੀਤੀ, ਤੂੰ ਵੀ ਕੁਝ ਸਮਾਂ ਉਸ ਮਾਲਕ ਦੇ ਗੁਣਾਂ ਦਾ ਗਿਆਨ ਕਰ, ਵਡਿਆਈ ਕਰ, ਫਿਰ ਤੇਰਾ ਅਸਲ ਤੀਰਥ ਯਾਤਰਾਵਾਂ ਤੇਰੀਆਂ ਫਿਰ ਸਫਲੀਆਂ ਹੋਣੀਆਂ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਥੇ ਬਚਨ ਕਰਦੇ ਨੇ, ਕਹਿੰਦੇ ਭਾਈ ਸੱਚ ਤੀਰਥ ਨਹਾਵੋ। ਮੈਂ ਵੀ ਭਾਈ ਤੀਰਥਾਂ ਉੱਤੇ ਇਸ਼ਨਾਨ ਕਰਦਾ। ਜਿਹੜਾ ਸੱਚ ਦਾ ਉਪਾਸ਼ਕ ਬਣਨਾ, ਸੱਚ ਪ੍ਰਤੱਗੀ ਬਣਨਾ, ਕਹਿੰਦੇ ਅਸਲ ਵਿੱਚ ਇਹ ਤੀਰਥ ਉੱਤੇ ਮੈਂ ਨਹਾਉਂਦਾ ਹਾਂ। ਹਰ ਗੁਣ ਗਾਵੋ, ਨਿਤਾ ਪ੍ਰਤੀ ਹਰੀ ਵਾਹਿਗੁਰੂ ਦੇ ਗੁਣਾਂ ਦਾ ਗਿਆਨ ਕਰਦਾ ਹਾਂ। ਹਰੀ ਦੇ ਗੁਣਾਂ ਦਾ ਗਿਆਨ ਕਰਨਾ, ਸੱਚ ਦੀ ਵਿਚਾਰ ਕਰਨੀ, ਕਹਿੰਦੇ ਅਸਲ ਵਿੱਚ ਮੇਰੇ ਲਈ ਇਹੀ ਤੀਰਥ ਹੈ। ਧਨਾਸਰੀ ਰਾਗ ਵਿੱਚ ਪਾਤਸ਼ਾਹ ਦਾ ਆਪਾਂ ਬਚਨ ਪੜ੍ਹਦੇ ਆ ਨਾ ਕਿ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਿਹੜੀ ਸ਼ਬਦ ਦੀ ਵਿਚਾਰ ਕਰਨੀ, ਉਹ ਸ਼ਬਦ ਦੇ ਰਾਹੀਂ ਸਾਡੇ ਅੰਤਰ ਆਤਮ ਵਿੱਚ ਗਿਆਨ ਪ੍ਰਾਪਤ ਹੋ ਜਾਣਾ ਸਾਨੂੰ। ਕਹਿੰਦੇ ਅਸਲ ਵਿੱਚ ਉਹੀ ਕਹਿੰਦੇ ਸਾਡੇ ਲਈ ਇਸ਼ਨਾਨ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ। ਥਾਨ ਤੀਰਥ 10 ਪੁਰਬ ਸਦਾ ਦਸਾਹਰਾ, ਹੋ ਨਾਮ ਹਰ ਕਾ ਸਦਾ ਜਾਚੋਂ, ਦੇਹੋ ਪ੍ਰਭ ਧਰਣੀ ਧਰਾ। ਧਰਣੀ ਦੇ ਧਰਾ, ਧਰਤੀ ਦਾ ਆਸਰਾ। ਹੇ ਪਰਮੇਸ਼ਰ, ਹੇ ਪ੍ਰਭੂ ਜੀ, ਮੈਨੂੰ ਆਪਣੇ ਦਰੋਂ ਨਾਮ ਦੀ ਦਾਤ ਦੇਣਾ ਕਰੋ। ਮੈਂ ਤੇਰੇ ਪਾਸੋਂ ਇਹੀ ਮੰਗਦਾ ਹਾਂ। ਦੇਹੋ ਪ੍ਰਭ ਧਰਣੀ ਧਰਾ। ਜੇ ਸੰਸਾਰ ਵੱਲ ਦੇਖਾਂ, ਸੰਸਾਰ ਦੇ ਲੋਕਾਂ ਦੀ ਹਾਲਤ ਕੈਸੀ ਹੈ ਕਿ ਸੰਸਾਰ ਰੋਗੀ, ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਸਾਰਾ ਸੰਸਾਰ ਰੋਗੀ ਹੈ ਤੇ ਬੜੀ ਮੈਲ ਚਿੰਬੜੀ ਹੋਈ ਹੈ। ਤੇ ਇਸ ਤਰ੍ਹਾਂ ਸਾਰੇ ਜੀਵ ਰੋਗੀ, ਇਸ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਪਾਤਸ਼ਾਹ ਬਚਨ ਕਰਦੇ ਨੇ ਕਿ ਸੱਚ ਦਾ, ਸੱਚ ਤੋਂ ਬਿਨਾਂ ਜੀਵ ਨੂੰ ਇਹ ਵਿਕਾਰਾਂ ਦੀ ਮੈਲ, ਵਿਸ਼ਿਆਂ ਦੀ ਮੈਲ ਇਹ ਚਿੰਬੜਦੀ ਜਾ ਰਹੀ ਹੈ। ਫਿਰ ਇਹ ਮੈਲ ਧੋਤੀ ਕਿਵੇਂ ਜਾ ਸਕਦੀ ਹੈ, ਕਿਵੇਂ ਜੀਵ ਸ਼ੁੱਧ ਹੋ ਸਕਦਾ ਹੈ? ਤੇ ਪਾਤਸ਼ਾਹ ਅਗਲੀ ਪੰਕਤੀ ਬਖਸ਼ਿਸ਼ ਕਰਦੇ ਨੇ, ਸੰਸਾਰ ਰੋਗੀ, ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ,
ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਝਣਾ। ਕਹਿੰਦੇ ਗੁਰੂ ਦੇ ਵਾਕ ਬਚਨ, ਜਿਹੜਾ ਗੁਰੂ ਦੇ ਬਚਨਾਂ ਨੂੰ ਕਮਾ ਲੈਣਾ, ਗੁਰੂ ਦੇ ਬਚਨਾਂ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰ ਲੈਣਾ, ਕਹਿੰਦੇ ਫਿਰ ਜੀਵ ਤੂੰ ਸਦੀਵੀ ਕਾਲੀ ਸਦਾ ਨਿਰਮਲ ਹੋ ਸ਼ੁੱਧ ਹੋ ਜਾਵੇਗਾ। ਤੈਨੂੰ ਫਿਰ ਕਿਸੇ ਪ੍ਰਕਾਰ ਦੀ ਮੈਲ ਨਹੀਂ ਲੱਗੇਗੀ, ਤੂੰ ਸ਼ੁੱਧ ਹੋ ਜਾਵੇਗਾ। ਪਰ ਗੁਰੂ ਸਵਾਰੇ ਅਗਲੀ ਪੰਕਤੀ ਪਾਤਸ਼ਾਹ ਬਚਨ ਕਰਦੇ ਨੇ, ਕਹਿੰਦੇ ਨੇ ਗੁਰਵਾਕ ਨਿਰਮਲ ਸਦਾ ਚਾਨਣ, ਸਾਚ ਤੀਰਥ ਮੱਝਣਾ, ਸਾਚ ਨ ਲਾਗੈ ਮੈਲ ਕਿਆ ਮਲ ਧੋਈ ਹੈ। ਗੁਣਹਿ ਹਾਰ ਪਰੋਏ ਕਿਸ ਕੋ ਰੋਈ ਹੈ, ਵਿਚਾਰ ਮਾਰੈ ਤਰੈ ਤਾਰੈ, ਉਲਟ ਜੋਨ ਨ ਆਵੇ, ਆਪ ਪਰਸ ਪਰਮ ਧਿਆਨੀ, ਸਾਚ ਸਾਚੇ ਭਾਵੇ। ਜਿਹੜੇ ਕਹਿੰਦੇ ਸੱਚ ਨਾਲ ਜੁੜ ਜਾਂਦੇ ਨੇ ਨਾ, ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦੀ ਮਾਇਆ ਦੀ ਮੈਲ, ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਦੋਂ ਭਾਈ ਮੇਰੇ ਕੋਲ ਸੱਚ ਹੈ, ਪ੍ਰਭੂ ਦਾ ਨਾਮ ਹੈ, ਬੰਦਗੀ ਹੈ, ਕਹਿੰਦੇ ਫਿਰ ਮੈਨੂੰ ਤੀਰਥਾਂ ਉੱਤੇ ਜਾਣ ਦੀ ਲੋੜ ਨਹੀਂ ਹੈ। ਮੈਂ ਕਿਉਂ ਜਾਵਾਂ ਤੀਰਥਾਂ ਉੱਤੇ? ਮੈਂ ਅੰਦਰੋਂ ਅੰਦਰ ਆਤਮਾ ਤੌਰ 'ਤੇ ਨਾਮ ਰੂਪੀ ਜਲ ਵਿੱਚ ਨਿਤਾ ਪ੍ਰਤੀ ਇਸ਼ਨਾਨ ਕਰਦਾ ਹਾਂ, ਕਿਉਂਕਿ ਮੈਂ ਆਪਣੇ ਗਲ ਦੇ ਵਿੱਚ ਗੁਣਹਿ ਹਾਰ ਪਰੋਏ, ਸ਼ੁਭ ਗੁਣਾ ਰੂਪੀ ਹਾਰ ਪਰੋ ਕੇ ਰੱਖਿਆ ਹੋਇਆ ਹੈ। ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਵਿਚਾਰ, ਜਿਹੜੀ ਮਾਲਕ ਦੀ ਵਾਰ-ਵਾਰ ਸਿਫਤ ਸਲਾਹ ਕਰ ਰਸਨਾ ਦੇ ਰਾਹੀਂ ਕਹਿੰਦੇ ਮਨ ਨੂੰ ਇਹ ਗੁਣਾਂ ਦਾ ਹਾਰ ਪਰੋਇਆ ਹੋਇਆ ਹੈ। ਫਿਰ ਮੈਨੂੰ ਕਿਤੇ ਰੋਣ ਦੀ ਲੋੜ ਨਹੀਂ ਹੈ, ਮੇਰੇ ਕੋਲ ਸ਼ੁਭ ਗੁਣਾ ਰੂਪੀ ਹਾਰ ਹੈ। ਇਸ ਕਰਕੇ ਗੁਰੂ ਸਾਹਿਬ ਜਿਹੜੋ ਇਸ ਤਰ੍ਹਾਂ ਦਾ ਤੀਰਥ ਸਤਿਗੁਰੂ ਦੱਸਿਆ ਕਿ ਭਾਈ ਸਿੱਖਾ ਤੂੰ ਨਾਮ ਰੂਪੀ ਤੀਰਥ ਵਿੱਚ ਇਸ਼ਨਾਨ ਬਚਨ ਕਰਦੇ, ਸੱਚ ਤੀਰਥ ਨਹਾਓ, ਸੱਚ ਰੂਪੀ ਤੀਰਥ ਉੱਤੇ ਮੈਂ ਨਹਾਉਂਦਾ ਹਾਂ। ਹਰ ਗੁਣ ਗਾਵੋ ਹੈ ਭਾਈ, ਇਸ ਤਰ੍ਹਾਂ ਮੈਂ ਹਰੀ ਦੇ ਗੁਣ ਗਾਇਨ ਕਰ, ਤੁਸੀਂ ਵੀ ਭਾਈ ਹਰੀ ਦੇ ਗੁਣ ਗਾਣਾ ਕਰੋ। ਤੇ ਅਗਲੀ ਪੰਕਤੀ ਪਾਤਸ਼ਾਹ ਬਚਨ ਤਤ ਵਿਚਾਰ ਹੋ ਹਰ ਲਿਵ ਲਾਵੋ, ਤੇ ਨਾਲ ਤਤ ਦੀ ਵਿਚਾਰ ਕਰਨੀ ਹੈ। ਚਾਰ ਭਾਵ ਸ਼ੁਭ ਗੁਣਾਂ ਦੀ ਵਿਚਾਰ ਪੜ੍ਹ ਕੇ ਨਾਲ ਬਾਣੀ ਦੇ ਸ਼ਬਦ ਦੀ ਵਿਚਾਰ ਵੀ ਕਰਨੀ ਹੈ। ਨਿਤਨੇਮ ਕਰਦੇ ਹਾਂ ਤੇ ਸਾਨੂੰ ਗੁਰੂ ਸਵਾਰਿਓ ਇਹਦੇ ਨਿਤਨੇਮ ਕਰਦਿਆਂ ਸਮੇਂ ਸਾਨੂੰ ਵੱਖਰੀ ਅਰਥ ਨੇ ਉਹ ਵੀ ਸਾਨੂੰ ਸਮਝਣੇ ਚਾਹੀਦੇ ਹਨ। ਇੱਕ ਇੱਕ ਪੌੜੀ ਨੂੰ ਆਪਾਂ ਰੋਜ਼ਾਨਾ ਪੜ੍ਹਨ ਲੱਗ ਜਾਈਏ ਨਾ, ਤੇ ਸਾਨੂੰ ਗੁਰੂ ਸਾਹਿਬ ਨਿਤਨੇਮ ਦਾ ਪਤਾ ਲੱਗਦਾ ਕਿ ਸਤਿਗੁਰੂ ਸਾਨੂੰ ਨਿਤਨੇਮ ਦੀ ਬਾਣੀ ਵਿੱਚ ਕੀ ਕਹਿ ਰਹੇ ਨੇ। ਸਾਰੀ ਸਾਹਿਬ ਨੂੰ ਨਾ ਤਾਂ ਮੇਰੀ ਪੂਰੀ ਛੁੱਟੇਗੀ, ਨਾ ਮੈਂ ਬਚਾਂਗਾ, ਨਾ ਕਦੇ ਨਾ ਮਹਾਤਮ ਹੈ ਗੁਰੂ ਸਾਹਿਬ ਨਾਮ ਬਾਣੀ ਦਾ ਜਿਹੜੇ ਸਿਮਰਨ ਕਰਦੇ ਹਨ। ਇਸ ਕਰਕੇ ਜਿਹੜੇ ਪਿਆਰ ਦੇ ਨਾਲ ਵਾਹਿਗੁਰੂ ਨੂੰ ਨਾਮ ਨੂੰ ਜਪਦੇ ਨੇ, ਹਰੀ ਹਰੀ ਜਪਦੇ ਨੇ, ਉਹਨਾਂ ਨੂੰ ਉਹ ਜੋ ਨਹੀਂ ਸਕਦਾ ਹੈ। ਦਾਤਾ ਵੱਡ ਦਾਣਾ ਅੰਤਰ ਸਾਚ, ਸੋ ਸ਼ਬਦ ਆਣਾ। ਗੁਰੂ ਪਾਤਸ਼ਾਹ ਜੀ ਦਾ ਰੂਪ ਕੀ ਹੈ? ਤੇ ਕਹਿੰਦੇ ਸਤ ਪੁਰਖ ਨੇ। ਪੁਰਖ ਤੋਂ ਭਾਵ ਹੈ ਏਕਾ ਪੁਰਖ ਸਵਾਈ। ਆਪਾਂ ਜਿੰਨੇ ਵੀ ਹੈ, ਚਾਹੇ ਪੁਰਸ਼ ਹੈ ਚਾਹੇ ਇਸਤਰੀ ਹੈ, ਨੇ ਅਸਲ ਵਿੱਚ ਪਰਮਾਤਮਾ ਸਾਡਾ ਮਾਲਕ ਹੈ, ਪਤੀ ਹੈ, ਆਪਾਂ ਇਸਤਰੀਆਂ ਨੇ। ਕਿਉਂਕਿ ਜਦੋਂ ਆਪਾਂ ਸਾਹਿਬਾਂ ਦੀ ਬਾਣੀ ਨੂੰ ਪੜ੍ਹਦੇ ਹਾਂ ਨਾ, ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਸਤਿਗੁਰ ਨੇ ਬਾਣੀ ਦੇ ਵਿੱਚ ਸਤਿਗੁਰ ਨੇ ਉਚਾਰਨ ਕੀਤੀ, ਆਪਣੇ ਆਪ ਨੂੰ ਇਸਤਰੀ ਬਿਆਨ ਕੀਤਾ ਪਾਤਸ਼ਾਹ ਨੇ ਕਿ ਮੇਰਾ ਜਿਹੜਾ ਮਾਲਕ ਹੈ, ਪ੍ਰਭੂ ਹੈ, ਮੇਰਾ ਪਤੀ ਹੈ, ਕਦੀ ਇਸਤਰੀ ਹੈ। ਕਿੰਨੀ ਵਾਰੀ ਸਤਿਗੁਰ ਬਾਣੀ ਦੇ ਬਚਨ ਰਾਜਨ ਆਏ
सुख पाया, साई वस्त प्राप्त होई, जिस सेती मन लाया। आनिया घर मंदिर सोहाए, सखी मिलो रस मंगल गावो, हम कर साजन आए। फिर कहते ने आवो मीत प्यारे, मंगल गावो नारे, हच मंगल गावो तां प्रभावो। भाव सतगुरु जी ने अपने आप ਨੂੰ इस्त्री बयान किया कि वह मालक साडा पति परमेश्वर है ते असीं उस मालक प्रभु दियां इस्त्रियां हाँ। ते ਉਹ बचन सतगुरु इत्थे भी यही कर रहे ने। कहते भाई सतगुरु जी पुरख ने, वड्डा दाता ਵੱਡੇ दाते ਹਨ, ਵੱਡੇ दाते दाने ਹਨ, ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹਨ। ਇੱਕ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਅਗਣਤ। ਵਾਹਿਗੁਰੂ ਦੇ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਉਂਦੀ ਹੈ, ਉਹ ਸਾਰਿਆਂ ਦੇ ਭੰਡਾਰੇ ਭਰੀ ਜਾ ਰਹੇ ਨੇ। ਲੈਣ ਵਾਲੇ ਥੱਕ ਨਹੀਂ, ਦੇਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। गुरु नानक धन गुरु अमरदास पातशाह महाराज के चरणों सिखा ने सवाल किया, राजमान हन जिहड़ा भी सतगुर के दर ते चल के आंदा, कोई दुध मंगदा, कोई पुत मंगदा, कोई कारोबार मंगदा, कोई गुरु सवारियो नाम का खजाना मंगदा। जिहो जी किसी की भावना हुंदी है उहदे मुताबिक सतगुरु जी सारिआं नूं दातां देई जा रहे हैं, कोई खाली नहीं जा रहा। ते जग्यासू सिखा ने सवाल कर लिया, कहन लगे पातशाह जी आप जी दे दर ते बहुत सारियां संगतां चल के आउंदियां, जिहो जी किसी की भावना हुंदी है उहदे मुताबिक आप जी फल देई जा रहे हो। कोई नाम मंगदा ते आप जी नाम नाल झोलियां भर दिंदे ने, कोई पदार्थ मंगदा है ते आप जी पदार्थ दे दिंदे हो। ते सतगुरु जी आप जी दे दर ते, क्योंकि मुख अमीर होवे, अरबापति खरबापति होवे ना, जे वंडण लग जावे वो माया अपनी, ते एक दिन गुरु सरे मुक जांदा भरिया होया खजाना दा है। ते कहन लगे पातशाह आप दा खजाना घटदा नहीं है। धन गुरु अमरदास राग विच आपां पा ना जाए, पूरे सतगुर दिया दिखाए, अपने सत धन अखोट है, ना मुकन वाला, ना मुकदा, ना कोई नूं ले जा। जिन्हें जपिया कत्तर कर लिया, गुरु सवारे वंडिया जा सकता। जिहड़ा है पिता ने पर नाम का खजाना जिहड़ा है ना, जिन्हें जपिया उहदे नाल ही रहेगा। शरीर पर नाम रूपी नाल देवेगा। इस करके पातशाह जी कहते ओ वाहिगुरु एडा वड्डा सानू नानक वाहिगुरु साडियां लोड़ां पूरियां करन वास्ते सानू पदार्थ भी देई जा रहे है। इस करके ओ वाहिगुरु तो बिना वड्डा कोई दाता हो ही नहीं सकता है। सब तो वड्डा है। ताइयों सतगुरु गुरु नानक साहब महाराज सिफ सलाह दे विच दे महाराज ने बचन कर दिते, कहंदे ने ज्ञान ध्यान किश कर्म सार ना जाना तेरी, सब ते चक्कर चिहन अर वरण जात अर पात नहन जेहे, रूप रंग अर रेख भेख को कह न सकत केह। ਉਹਦਾ कोई रूप रंग नहीं है, निर्गुण स्वरूप च कोई रूप नहीं है।
ਦੇ ਵਿੱਚ ਉਹਦਾ ਜਿੰਨੇ ਵੀ ਤੇ ਗੁਰੂ ਨਾਨਕ ਸਰੀਰ ਧਾਰਨ ਕਰਕੇ ਸਰਗੁਣ ਸਰੂਪ ਧਾਰਨ ਕਰਕੇ ਸੰਸਾਰ ਵਿੱਚ ਆਏ ਹੈ ਨਿਰੰਕਾਰ ਨੇ। ਜਿਹੜੇ ਸਤਿਗੁਰੂ ਜੀ ਹਨ ਅਤੇ ਜਿਸ ਸੋ ਸਤਿਗੁਰੂ ਜੀ ਫਿਰ ਸ਼ਬਦ ਵਿੱਚ ਸੱਚ ਹੈ। ਸਾਡਾ ਮਨ ਜਿਹੜਾ ਹੈ ਪਾਣੀ ਵਿੱਚ ਖੁੱਭ ਨਹੀਂ ਸਕਦਾ, ਇਹ ਸੱਚ ਹੈ। ਅੰਦਰੋਂ ਸੱਚਿਆ ਸਤਿਗੁਰ ਪਾਸ, ਫਿਰ ਆਪਾਂ ਸਤਿਗੁਰ ਦੇ ਦਰ ਤੇ ਪ੍ਰਵਾਨ ਹੋਵਾਂਗੇ। ਅੰਦਰੋਂ ਸਤਿਗੁਰ ਦੇ ਦਰ ਹੋ ਜਾਈਏ ਤੇ ਗੁਰੂ ਦਾ ਗੁਰਬਾਣੀ ਹੈ ਉਹ ਸਮਾ ਜਾਵੇ। ਇੱਕ ਹੋ ਗਿਆ